12 ਸਾਲ ਤੱਕ ਦੀ ਲੜਕੀਆਂ ਨੂੰ ਫ੍ਰੀ ਐਜੂਕੇਸ਼ਨ ਮੈਂ ਸਮਝਦਾ ਕਿ ਸਭ ਤੋਂ ਵੱਡਾ ਅੱਛਾ ਐਲਾਨ ਇਹਨੂੰ ਗਿਣਿਆ ਜਾਣਾ ਚਾਹੀਦਾ। ਜਦੋਂ ਕਿਸੇ ਦੀ ਐਜੂਕੇਸ਼ਨ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਉਹਦਾ ਮੈਂਟਲ ਲੈਵਲ ਆਪਣੇ ਆਪ ਵੱਧ ਜਾਂਦਾ ਵਾ। ਇਹਦੇ ਨਾਲ ਹੀ ਇਹਨਾਂ ਨੇ ਜਿਵੇਂ ਕਹਿ ਦਿੱਤਾ ਕਿ ਪਾਵਰ ਸੈਕਟਰ ਦੇ ਵਿੱਚ ਸਬਸਿਡੀ ਦੇਣੀ ਚਾਹੁੰਦੇ ਨੇ। ਮੈਂ ਡਿਟੇਲ ਪੜ੍ਹਨ ਤੋਂ ਬਾਅਦ ਜ਼ਿਆਦਾ ਗੱਲ ਕਰਾਂਗਾ ਕਿ 2267 ਕਰੋੜ ਰੁਪਈਆ ਇਹਨਾਂ ਨੇ ਕਿਹਾ ਕਿ ਅਸੀਂ ਇੰਡਸਟਰੀ ਨੂੰ ਪਾਵਰ ਸਬਸਿਡੀ ਦੇਣੀ ਹੈ। ਜੇ ਤੇ ਸਿੱਧੀ ਕਿਸਾਨਾਂ ਦੇ ਖਾਤਿਆਂ ਵਾਂਗੂ ਬਿਜਲੀ ਬੋਰਡ ਦੇ ਉਪਭੋਗਤਾ ਜਿਹੜੇ ਹੈਗੇ ਨੇ ਉਹਨਾਂ ਦੇ ਖਾਤਿਆਂ ਵਿੱਚ ਡਾਇਰੈਕਟ ਟ੍ਰਾਂਸਫਰ ਹੋਏਗੀ ਤਾਂ ਸ਼ਲਾਘਾਯੋਗ ਹੈ। ਜੇ ਸੋਚਿਆ ਜਾਵੇ ਕਿ ਸਬਸਿਡੀ ਨੂੰ ਇੱਕ ਹੱਥ 'ਚ ਦੇ ਕੇ ਦੂਜੇ ਪਾਸੇ ਚਾਹੇ ਉਹ ਪਾਵਰ ਟੈਰਿਫ ਹੈ ਜਾਂ ਫਿਕਸ ਚਾਰਜਿਸ ਨੇ ਵਧਾ ਦਿੱਤੇ, ਤੇ ਮੈਂ ਸਮਝਦਾ ਕਿ ਇੱਕ ਖਿਲਵਾੜ ਹੋਏਗਾ ਸਾਡੇ ਨਾਲ। ਡੋਮੈਸਟਿਕ ਸਬਸਿਡੀ ਤੁਸੀਂ ਕਹਿ ਦੇਣੀ ਹੈ ਅਸੀਂ, ਇਹਦੇ 'ਚ ਜਦੋਂ ਡੋਮੈਸਟਿਕ ਕਹਿ ਦਿੱਤਾ, ਘਰੇਲੂ ਖਪਤਕਾਰ ਦੇ ਵਿੱਚ ਵਿਤਕਰਾ ਕਿਉਂ? ਚਾਹੇ ਸ਼ਡਿਊਲ ਕਾਸਟ ਨੇ, ਸ਼ਡਿਊਲ ਟਰਾਈਬ ਨੇ, ਤੁਸੀਂ ਘਰੇਲੂ ਖਪਤਕਾਰ ਨੂੰ ਇੱਕ ਬਰਾਬਰ ਰੱਖੋ। ਜਦੋਂ ਸਰਕਾਰਾਂ ਹੀ ਕਿਸੇ 'ਤੇ ਵਿਤਕਰਾ ਕਰਨੀਆਂ ਸ਼ੁਰੂ ਕਰ ਦੇਣਗੀਆਂ ਤੇ ਕੋਈ ਅੱਛੀ ਉਮੀਦ ਨਹੀਂ ਆਉਂਦੀ ਆਉਣ ਵਾਲੇ ਸਮੇਂ ਵਾਸਤੇ। ਖਪਤਕਾਰ ਹੀ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਪਹਿਲੇ 50 ਯੂਨਿਟ, 100 ਯੂਨਿਟ, 200 ਯੂਨਿਟ, ਜੋ ਵੀ ਸਰਕਾਰ ਨੇ ਆਪਣਾ ਬਜਟ ਰੱਖਿਆ ਉਹ ਸਾਰਿਆਂ 'ਤੇ ਇਕੁਅਲ ਡਿਵਾਈਡ ਹੋਣਾ ਚਾਹੀਦਾ। ਕਿਉਂਕਿ ਮੈਂ ਇੰਡਸਟਰੀਲਿਸਟ ਹਾਂ, ਘਰੇਲੂ ਖਪਤਕਾਰ ਵੀ ਹਾਂ। ਇੰਡਸਟਰੀ ਬਾਰੇ ਮੈਂ ਕਹਾਂਗਾ ਕੈਪਟਨ ਸਾਹਿਬ, 4 ਸਾਲ ਹੋ ਗਏ ਤੁਸੀਂ ਸਰਕਾਰ 'ਚ ਆਏ ਹੋ, ਐਡਾ ਵੱਡਾ ਵਾਅਦਾ ਕਿ ਇੰਡਸਟਰੀ ਨੂੰ 5 ਰੁਪਏ ਸਬਸਿਡੀ ਦੇ ਕੇ ਬਿਜਲੀ ਅਸੀਂ ਪਰ ਯੂਨਿਟ ਦਿਆਂਗੇ। ਖਪਤਕਾਰ ਨੂੰ, ਇੰਡਸਟਰੀਅਲ ਖਪਤਕਾਰ ਨੂੰ 5 ਰੁਪਏ ਯੂਨਿਟ ਬਿਜਲੀ ਦਿੱਤੀ, ਹਾਂ ਦਿੱਤੀ, ਉਹਦੇ ਉੱਪਰ ਫਿਕਸ ਚਾਰਜਿਸ ਲਗਾਤੇ, ਈਡੀ ਲਗਾਤੀ, ਮੀਟਰ ਰੈਂਟ ਲਗਾਤਾ। ਅਸੀਂ ਤਾਂ ਕੈਲਕੂਲੇਟ ਕਰਨਾ, ਦੇਖਣਾ ਕਿ ਮੇਰੇ ਇੱਕ ਬਿੱਲ ਦੇ ਵਿੱਚ ਬਿਜਲੀ ਕਿੰਨੇ ਯੂਨਿਟ ਖਪਤ ਹੋਈ, ਕਿੰਨੇ ਮੈਨੂੰ ਕਾਸਟ ਦੇਣੀ ਪਈ। ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਆਪਣੇ ਘਰ ਦਾ ਹੀ ਬਿੱਲ ਚੁੱਕ ਕੇ ਦੇਖ ਲਓ, ਆਪਣੇ ਕਿਸੇ ਖਪਤਕਾਰ ਦਾ ਬਿੱਲ ਚੁੱਕ ਕੇ ਦੇਖ ਲਓ, 8 ਰੁਪਏ ਤੋਂ ਘੱਟ ਯੂਨਿਟ ਬਿਜਲੀ ਨਹੀਂ ਪੈ ਰਹੀ ਹੈ। 5 ਰੁਪਏ ਦਾ ਵਾਅਦਾ ਫਲੈਟ ਹੋਣਾ ਚਾਹੀਦਾ ਕਿ ਜੋ ਵੀ ਤੁਹਾਡੇ ਯੂਨਿਟ ਕੰਜ਼ਿਊਮ ਹੋਏ ਨੇ, ਜਰਬ 5 ਰੁਪਏ ਦੇ ਦਿਓ, ਮਿਲ ਜਾਏਗੀ। ਹਾਂ, ਪਾਵਰ ਇੰਟੈਂਸਿਵ ਯੂਨਿਟ ਜੇ 5 ਰੁਪਏ ਤੁਸੀਂ ਦਿੰਦੇ ਹੋ, ਉਹਨਾਂ ਦੇ ਕਰੋੜਾਂ ਯੂਨਿਟ ਮਹੀਨੇ ਦੇ ਯੂਜ਼ ਹੁੰਦੇ ਨੇ। ਅਸੀਂ ਗੱਲ ਕਰੀਏ ਐਮਐਸਐਮਈ ਸੈਕਟਰ ਦੀ, ਛੋਟੀ ਇੰਡਸਟਰੀ ਦੀ, ਛੋਟੀ ਇੰਡਸਟਰੀ ਨੂੰ ਇਹਦਾ ਬੈਨੀਫਿਟ ਨਹੀਂ ਹੋ ਰਿਹਾ। ਮੈਂ ਇੱਕ ਰਿਕੁਐਸਟ ਜ਼ਰੂਰ ਕਰਾਂਗਾ ਕਿ ਸਾਈਕਲ ਇੰਡਸਟਰੀ ਨੇ ਤੁਹਾਡੇ ਕੋਲੋਂ ਕੀ ਉਮੀਦ ਰੱਖੀ ਸੀ ਕੈਪਟਨ ਸਾਹਿਬ? ਕਰੋਨਾ ਕਾਲ ਦੇ ਵਿੱਚ, ਲਾਕਡਾਊਨ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਲੋਕਾਂ ਨੂੰ ਸਮਝ ਆਈ ਹੈ, ਡਾਕਟਰਾਂ ਨੂੰ ਸਮਝ ਆਈ ਹੈ, ਸਰਕਾਰਾਂ ਨੇ ਸਮਝਾਇਆ ਕਿ ਆਪਣੀ ਸਿਹਤ ਨੂੰ ਠੀਕ ਰੱਖੋ, ਇਮਿਊਨ ਠੀਕ ਰੱਖੋ। ਇਮਿਊਨ ਕਿਸ ਤਰ੍ਹਾਂ ਠੀਕ ਹੋਏਗਾ? ਅੱਛੀ ਖੁਰਾਕ ਖਾ ਕੇ, ਐਕਸਰਸਾਈਜ਼ ਕਰਕੇ। ਫਿਊਲ ਦੀ ਕੀਮਤਾਂ ਅਸਮਾਨ ਛੂਹ ਗਈਆਂ। ਸਾਈਕਲ ਜਿਹੜਾ ਕਦੀ ਫਿਊਲ ਯੂਜ਼ ਨਹੀਂ ਕਰਦੀ, ਕੋਈ ਪੋਲੂਸ਼ਨ ਨਹੀਂ ਫੈਲਾਉਂਦੀ, ਸੜਕ 'ਤੇ ਟ੍ਰੈਫਿਕ ਨੂੰ ਘੱਟ ਕਰਦੀ ਹੈ। ਇਸ ਟ੍ਰੇਡ ਨੂੰ ਸ਼ਾਇਦ ਬੜਾਵਾ ਦੇਣ ਵਾਸਤੇ ਤੁਸੀਂ ਸਾਈਕਲ ਟਰੈਕ ਦਿੱਤਾ ਹੁੰਦਾ ਤੇ ਸਾਡੀ ਉਮੀਦ ਥੋੜ੍ਹੀ ਹੋਰ ਪੋਜ਼ੀਟਿਵ ਗਈ ਹੁੰਦੀ। ਸਾਈਕਲ ਇੰਡਸਟਰੀ ਨੂੰ ਤੁਸੀਂ ਹੋਰ ਬੜਾਵਾ ਦੇਣਾ ਚਾਹੁੰਦੇ ਹੋ। ਹੁਣ ਈ ਸਕੂਟਰ ਆ ਰਿਹਾ, ਈ ਸਾਈਕਲ ਲਾਂਚ ਹੋਏ ਨੇ, ਕਿਉਂ ਨਹੀਂ ਪੰਜਾਬ ਸਰਕਾਰ ਅੱਗੇ ਆਉਂਦੀ ਕਿ ਤੁਸੀਂ ਈ ਸਕੂਟਰ, ਈ ਸਾਈਕਲ, ਈ ਰਿਕਸ਼ਾ, ਈ ਲੋਡਰ, ਇਹਨਾਂ ਨੂੰ ਟੈਕਸ ਫ੍ਰੀ ਕਿਉਂ ਨਹੀਂ ਕਰਦੇ? ਮੈਂ ਤਾਂ ਕਹਾਂਗਾ ਟੈਕਸ ਤੇ ਲੈਣ ਦੀ ਗੱਲ ਛੱਡੋ, ਦਿੱਲੀ ਸਰਕਾਰ ਵਾਂਗੂ ਇਹਨੂੰ ਤੁਸੀਂ ਸਬਸਿਡਾਈਜ਼ ਕਰੋ। ਜਿੰਨਾ ਤੁਸੀਂ ਸਬਸਿਡਾਈਜ਼ ਕਰੋਗੇ, ਅਸੀਂ ਪੋਲੂਸ਼ਨ ਲੈਵਲ ਹੋਰ ਘਟੇਗਾ ਪੰਜਾਬ ਦਾ, ਪੋਲੂਸ਼ਨ ਲੈਵਲ ਵੀ ਕੰਟਰੀਬਿਊਟ ਕਰੇਗਾ ਇਹਨਾਂ ਦੀ ਹੈਲਥ ਨੂੰ ਪ੍ਰਮੋਟ ਕਰਨ ਵਾਸਤੇ। ਤਾਂ ਬਾਕੀ ਮੈਂ ਸਮਝਦਾ ਕਿ ਇਹ ਬਜਟ ਦੇ ਵਿੱਚ ਜਦ ਤੱਕ ਡਿਟੇਲ ਨਹੀਂ ਪੜ੍ਹ ਲੈਂਦੇ, ਇੰਡਸਟਰੀਅਲ ਸਬਸਿਡੀ ਜੇ ਤਾਂ ਡਾਇਰੈਕਟ ਖਾਤਿਆਂ 'ਚ ਜਾਂਦੀ ਹੈ, ਵੈਲਕਮ ਸਟੈਪ ਹੈ, ਅਦਰਵਾਈਜ਼ ਖੋਖਲਾ ਵਾਅਦਾ। ਮੈਂ ਵਿੱਤ ਮੰਤਰੀ ਜੀ ਨੂੰ ਵੀ ਇਹ ਜ਼ਰੂਰ ਪੁੱਛਣਾ ਚਾਹਾਂਗਾ, ਮਨਪ੍ਰੀਤ ਜੀ, ਹਰ ਇੰਡਸਟਰੀਅਲ ਮੀਟਿੰਗ ਤੁਸੀਂ ਇਹ ਕਹਿੰਦੇ ਹੋ ਕਿ ਮੇਰੇ ਦਫ਼ਤਰ 'ਚ ਆਓ, ਠੁੱਡਾ ਮਾਰ ਕੇ ਦਰਵਾਜ਼ਾ ਖੋਲ੍ਹ ਲਓ। ਮੰਤਰੀ ਜੀ, ਤੁਹਾਡੇ ਤੇ ਸਾਨੂੰ ਉੱਥੇ ਅੰਦਰ ਵੜਨ ਵਾਸਤੇ ਵੀ 4 ਪਾਸ ਬਣਵਾਉਣੇ ਪੈਂਦੇ ਨੇ, ਦਫ਼ਤਰ ਤੇ ਬਹੁਤ ਦੂਰ ਦੀ ਗੱਲ ਹੈਗੀ ਆ। ਵੈਟ ਰਿਫੰਡ, GST ਲੱਗਿਆ ਨੂੰ ਅੱਜ 3 ਸਾਲ ਦਾ ਹੋਣਾ ਗਿਆ ਟਾਈਮ। 3 ਸਾਲ ਕੀ, 2013, 14, 14, 15 ਤੋਂ ਲੈ ਕੇ ਤੁਸੀਂ ਲਗਾਤਾਰ ਸਾਨੂੰ ਨੋਟਿਸ ਕੱਢੀ ਜਾ ਰਹੇ ਹੋ ਕਿ ਸੇਲ ਟੈਕਸ ਦੇ ਕੇਸ ਕਰਾਓ। 8-8 ਸਾਲ ਪੁਰਾਣੇ, 10-10 ਸਾਲ ਪੁਰਾਣੇ ਸੀ ਫਾਰਮ ਕਿੱਥੋਂ ਲੈ ਕੇ ਆਈਏ? ਤੁਸੀਂ ਵੈਟ ਰਿਫੰਡ ਦੇਣ ਨੂੰ ਤਿਆਰ ਨਹੀਂ। ਹਜ਼ਾਰਾਂ ਕਰੋੜ ਰੁਪਈਆ ਰਿਫੰਡ, ਚਾਹੇ GST ਹੈ, ਚਾਹੇ ਵੈਟ ਹੈ, ਪੰਜਾਬ ਸਰਕਾਰ ਕੋਲ ਖੜਾ। ਇੱਕੋ ਜਵਾਬ ਆਉਂਦਾ ਕਿ ਪੰਜਾਬ ਸਰਕਾਰ ਕੋਲੋਂ ਸੈਂਟਰ ਪੈਸਾ ਨਹੀਂ ਦੇ ਰਹੀ। ਸੈਂਟਰ ਕਹਿੰਦੀ ਹੈ ਅਸੀਂ ਆਪਣੇ ਹਿੱਸੇ ਦਾ ਪੈਸਾ ਦੇ ਚੁੱਕੇ ਹਾਂ। ਵਪਾਰੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ। ਤੁਸੀਂ ਸਰਕਾਰ ਹੋ, ਜੇ ਮੇਰਾ GST ਦੀ ਰਿਟਰਨ 2 ਦਿਨ ਵੀ ਟੈਕਸ ਲੇਟ ਜਮ੍ਹਾਂ ਹੁੰਦਾ ਹੈ, ਸਾਨੂੰ ਹੱਥਕੜੀ ਲੱਗ ਜਾਂਦੀ ਹੈ। ਕੀ ਇਹ ਜਾਇਜ਼ ਹੈ ਕਿ ਵਪਾਰੀ ਨੂੰ ਅਸੀਂ ਜਿਹੜਾ ਤੁਹਾਡਾ ਕਰਦਾਤਾ
ਦਾਤਾ ਮਤਲਬ ਦਾਤਾ ਦੇਣ ਵਾਲਾ, ਰੱਬ ਸਮਾਨ। ਉਸ ਬੰਦੇ ਦਾ ਹੱਕ ਹਲਾਲ ਦਾ ਪੈਸਾ ਜੋ ਤੁਹਾਡੇ ਕੋਲੇ ਟੈਕਸ ਦੇ ਰੂਪ 'ਚ ਐਕਸਟਰਾ ਚਲਾ ਗਿਆ, ਨਹੀਂ ਦੇ ਰਹੇ ਤੁਸੀਂ। ਅਸੀਂ ਕੀ ਕਰ ਸਕਦੇ ਹਾਂ? ਆ ਕੇ ਲੜਾਈ ਅਸੀਂ ਕਰ ਨਹੀਂ ਸਕਦੇ। ਕਿਸਾਨ ਮੇਰੇ ਭਰਾ 100 ਦਿਨ ਤੋਂ ਉੱਪਰ ਹੋ ਗਏ ਨੇ, ਮੀਂਹ ਝੱਖੜ ਹਨੇਰੀ ਬਰਫ਼ ਪਾਣੀ, ਸੜਕਾਂ ਤੇ ਬੈਠੇ ਹੋਏ ਨੇ। ਇੰਡਸਟਰੀਲਿਸਟ ਤੇ ਮਸ਼ੀਨ ਤੋਂ 2 ਮਿੰਟ ਵੀ ਹੱਥ ਨਹੀਂ ਚੁੱਕਦਾ। ਬੜਾ ਅਫਸੋਸ ਹੋ ਰਿਹਾ ਹੈ ਕਿ ਵਾਅਦਿਆਂ ਦੀ ਸਰਕਾਰ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ, ਅਸੀਂ ਆਪਣੇ ਆਪ ਨੂੰ ਠੱਗਾ ਹੀ ਮਹਿਸੂਸ ਕਰ ਰਹੇ ਹਾਂ। ਸਾਡੇ ਵੈਟ ਰਿਫੰਡ, GST ਰਿਫੰਡ ਜੇ ਤੁਸੀਂ ਨਹੀਂ ਦੇ ਸਕਦੇ, ਮੈਂ ਪ੍ਰਪੋਜ਼ਲ ਦਿੰਦਾ, ਇਹਨੂੰ ਟ੍ਰੇਡੇਬਲ ਕਰ ਦਿਓ। ਮੈਂ ਇੱਕ ਫਰਮ ਦੇ ਵਿੱਚ ਤੁਹਾਨੂੰ GST ਜਮ੍ਹਾਂ ਕਰਾਉਣਾ, ਜੋ ਮੈਂ ਕਲੈਕਟ ਕੀਤਾ ਪਿਛਲੇ ਮਹੀਨੇ 2 ਮਹੀਨੇ 3 ਮਹੀਨੇ 'ਚ ਰਿਟਰਨ ਦੇ ਅਕੋਰਡਿੰਗ। ਦੂਜੀ ਫਰਮ 'ਚ ਮੈਂ ਤੁਹਾਡੇ ਕੋਲੋਂ ਰਿਫੰਡ ਲੈਣਾ ਕਈ ਸਾਲਾਂ ਤੋਂ, ਕਿਉਂ ਨਹੀਂ ਟ੍ਰੇਡੇਬਲ ਕਰ ਦਿੰਦੇ ਤੁਸੀਂ? ਇੰਪੋਰਟ ਡਿਊਟੀ ਜਦੋਂ ਸਾਨੂੰ ਲਾਇਸੈਂਸ ਦਿੰਦੇ ਹੋ ਕਿ ਉਹਨੂੰ ਟ੍ਰੇਡ ਕਰਕੇ ਮੇਰੇ ਦੂਜੇ ਯੂਨਿਟ ਨੇ, ਦੂਜੇ ਕਿਸੇ ਵਪਾਰੀ ਨੇ ਸਰਕਾਰ ਦਾ ਪੈਸਾ ਦੇਣਾ, ਮੈਂ ਲੈਣਾ, ਅਸੀਂ ਆਪਸ 'ਚ ਸੈਟਲ ਕਰਕੇ ਤੁਹਾਨੂੰ ਡਾਕੂਮੈਂਟ ਫਾਰਵਰਡ ਕਰ ਦਿੰਦੇ ਹਾਂ ਬਈ ਇਹ ਫਰਮ ਨੇ ਤੁਹਾਡੇ ਕੋਲ ਲੈਣਾ ਸੀ, B ਨੇ ਜਮ੍ਹਾਂ ਕਰਾਉਣਾ ਸੀਗਾ, ਉਹਦਾ ਇੱਕ ਡਾਕੂਮੈਂਟ ਬਣਾ ਕੇ ਤੁਹਾਨੂੰ ਸਬਮਿਟ ਕਰ ਦਿੰਦੇ ਹਾਂ। ਸਰਕਾਰ ਦਾ ਘਰ ਵੀ ਪੂਰਾ, ਸਾਡਾ ਘਰ ਵੀ ਪੂਰਾ। ਅਜਿਹੀਆਂ ਪ੍ਰਪੋਜ਼ਲਾਂ 'ਤੇ ਠੀਕ ਕਰੋ। ਮੈਂ ਸਮਝਦਾ ਕਿ ਇਸ ਬਜਟ ਦੇ ਵਿੱਚ ਐਜੂਕੇਸ਼ਨ ਵਾਸਤੇ ਪੈਸਾ ਬਹੁਤ ਅੱਛਾ, ਸਬਸਿਡੀ ਜੇ ਵਪਾਰੀ ਨੂੰ ਸਿੱਧੀ ਗਈ ਤਾਂ ਬਹੁਤ ਅੱਛੀ, ਅਦਰਵਾਈਜ਼ ਉਹੀ ਤਮਾਸ਼ਾ ਬਣ ਜਾਏਗਾ ਕਿ ਸਾਡੇ ਕੋਲ ਵੋਟ ਹੈ, ਤੁਹਾਡੇ ਕੋਲ ਪ੍ਰੋਮਿਸ ਹੈ। ਵੋਟ ਲੈ ਕੇ ਪ੍ਰੋਮਿਸ ਦੇ ਦਿੰਦੇ ਹੋ। ਕੋਈ ਚੰਗੀ ਉਮੀਦ ਲੈ ਕੇ ਅਸੀਂ ਇਹਨੂੰ ਪੋਜ਼ਿਟਿਵ ਗੱਲ ਨਹੀਂ ਕਰਾਂਗੇ। ਹਾਂ, ਪੋਲੀਟੀਕਲ ਗੱਲ ਕਰਾਂਗੇ ਤੇ ਜਿਹੜੇ ਪ੍ਰੋ ਗਵਰਨਮੈਂਟ ਨੇ ਤਾੜੀਆਂ ਮਾਰਨਗੇ, ਜਿਹੜੇ ਐਂਟੀ ਗਵਰਨਮੈਂਟ ਨੇ ਨਜ਼ਰਾਜ ਹੋਣਗੇ। ਅਸੀਂ ਨਿਊਟਰਲ ਬੰਦੇ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਸੱਚਾਈ ਦੀ ਰਾਹ ਤੇ ਆਓ। ਸਾਡਾ ਬਣਦਾ ਪੈਸਾ ਸਾਨੂੰ ਵਾਪਸ ਕਰ ਦਿਓ, ਸਰਕਾਰ ਦਾ ਬਣਦਾ ਸਰਕਾਰ ਟੈਕਸ ਲੈ ਲਵੇ। ਚਾਹਲ ਸਾਹਿਬ, ਲੱਗਦਾ ਹੈ ਕਿ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਸ ਦੇ ਵਿੱਚ ਫਿਰ ਇੱਕ ਵਾਰੀ 2022 ਨੂੰ ਮੱਦੇਨਜ਼ਰ ਰੱਖ ਕੇ ਉਸ ਨੂੰ ਪੇਸ਼ ਕੀਤਾ ਗਿਆ ਹੈ, ਕਿਉਂਕਿ ਮੱਧਮ ਵਰਗ ਹੋਵੇ ਉਹਨਾਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਹੈ, ਪੈਨਸ਼ਨ ਦੇਣ ਦਾ ਵਾਅਦਾ ਕੀਤਾ ਹੈ, ਮੁਫਤ ਹੋਰ ਸੁਵਿਧਾਵਾਂ ਦੇਣ ਦਾ ਵਾਅਦਾ ਕੀਤਾ। ਸਰਕਾਰ ਦਾ ਫੋਕਸ ਜਿਹੜਾ 2022 ਸੀ। ਸਰ 2022 ਕਈ ਲੰਘ ਗਈਆਂ, ਵਾਅਦੇ ਕਈ ਲੰਘ ਗਏ। ਮੈਂ ਤਾਂ ਕਹਿੰਦਾ ਕਿ ਜੋ ਪਿਛਲੇ ਸਾਲ ਦਾ ਘੋਸ਼ਣਾ ਪੱਤਰ ਸੀ, ਜੇ ਉਹ ਪੂਰਾ ਹੋ ਗਿਆ ਤੇ ਸਰਕਾਰ ਨੂੰ ਸਰਕਾਰ 'ਚ ਰਹਿਣ ਦਾ ਹੱਕ ਹੈ। ਜੇ ਘੋਸ਼ਣਾ ਪੱਤਰ ਨਹੀਂ ਹੋਇਆ ਤੇ ਮੈਂ ਨਹੀਂ ਸਮਝਦਾ ਕਿ ਅੱਜ ਵੋਟਰ ਬਹੁਤ ਸਿਆਣਾ ਹੋ ਗਿਆ, ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਵਾ। ਵਾਅਦਿਆਂ ਉੱਪਰ ਅਸੀਂ ਹੁਣ ਨਹੀਂ ਜਾਣਾ ਚਾਹੁੰਦੇ। ਪ੍ਰੈਕਟੀਕਲ ਸਾਨੂੰ ਇਹ ਦੱਸੋ ਕਿ ਜੋ ਪਿਛਲੇ ਸਾਲ ਵਾਅਦੇ ਕੀਤੇ ਸੀ, ਮੈਂ ਤਾਂ ਕਹਿ ਰਿਹਾ ਕਿ ਮੇਰਾ ਟੈਕਸ ਤੁਹਾਡੇ ਕੋਲ ਜਮ੍ਹਾਂ ਕਿਉਂ ਹੋ ਰਿਹਾ? ਕਾਰਨ ਕੀ ਹੈ ਕਿ ਮੇਰੀ ਪਰਚੇਜ਼ ਰॉ ਮਟੀਰੀਅਲ ਦੀ ਮਹਿੰਗੇ ਰੇਟ ਤੇ ਆ, ਫਿਨਿਸ਼ ਗੁੱਡਸ ਮੇਰੀਆਂ ਘੱਟ ਰੇਟ ਤੇ ਵਿਕ ਰਹੀਆਂ ਨੇ, ਇਸ ਕਰਕੇ ਮੇਰਾ ਰਿਫੰਡ ਬਣਦਾ। ਕਿਉਂ ਨਹੀਂ ਤੁਸੀਂ ਆਈਟਮ ਵਾਈਜ਼ ਜਾਂ ਮੈਜੋਰਿਟੀ ਪਰਚੇਜ਼ ਤੇ ਸੇਲ ਇੱਕੋ ਰੇਟ ਤੇ ਕਰ ਦਿੰਦੇ ਹੋ, ਤਾਂ ਕਿ GST ਰਿਫੰਡ ਦਾ ਚੱਕਰ ਹੀ ਨਾ ਪਵੇ। ਸਰਕਾਰ ਨੂੰ ਮੈਂ ਕਹਿਣਾ ਚਾਹਾਂਗਾ, ਕੈਪਟਨ ਸਾਹਿਬ ਤੁਸੀਂ ਫੌਜ 'ਚੋਂ ਆਏ ਹੋ, ਤੁਹਾਡੇ ਡਿਸਪਲਿਨ ਦਾ ਮੈਂ ਬਹੁਤ ਵੱਡਾ ਐਡਮਾਇਰਰ ਹੈਗਾ ਵਾਂ। ਤੁਸੀਂ ਸਰਕਾਰ ਦੇ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣਾ ਦਿੰਦੇ ਕਿ ਜੇ ਟਾਈਮ ਸਿਰ ਰਿਫੰਡ ਵਪਾਰੀ ਦਾ, ਇੰਡਸਟਰੀਲਿਸਟ ਦਾ, ਉਹਨੂੰ ਟਾਈਮ ਸਿਰ ਰਿਫੰਡ ਨਹੀਂ ਮਿਲਦਾ ਤੇ ਜ਼ਿੰਮੇਵਾਰ ਅਫਸਰ ਨੂੰ ਬਣਾਇਆ ਜਾਵੇ, ਕਿ ਨਾ ਕਿ ਸਾਡੇ ਕੋਲੋਂ ਬਾਰ-ਬਾਰ ਰਿਕੁਐਸਟ ਕਰਾਈ ਜਾਵੇ। ਪੰਜਾਬ ਦਾ ਬਜਟ ਕਿਸਾਨਾਂ ਲਈ ਕਾਫੀ ਅੱਛਾ ਹੈ, ਕੁਛ ਔਰਤਾਂ ਵਾਸਤੇ ਵੀ ਅੱਛਾ ਕੀਤਾ ਹੈ। ਇੰਡਸਟਰੀ ਲਈ ਸਾਈਕਲ ਇੰਡਸਟਰੀ ਨੂੰ ਸਾਈਕਲ ਵੈਲੀ ਲਈ ਕੁਝ ਪੈਸੇ ਮਿਲੇ ਨੇ, ਲੇਕਿਨ ਜਿਹੜੀ ਟੈਕਸਟਾਈਲ ਇੰਡਸਟਰੀ ਹੈ, ਨੈਟਵੇਅਰ ਇੰਡਸਟਰੀ ਹੈ, ਇਹ ਫਾਰਮਰ ਦੇ ਬਾਅਦ ਸੈਕੰਡ ਲਾਰਜੈਸਟ ਇੰਪਲੋਇਮੈਂਟ ਪ੍ਰੋਵਾਈਡ ਕਰਦੀ ਹੈ। ਸਭ ਤੋਂ ਜ਼ਿਆਦਾ ਕਿਸਾਨੀ ਤੋਂ ਬਾਅਦ ਅਸੀਂ ਰੁਜ਼ਗਾਰ ਪੈਦਾ ਕਰਦੇ ਹਾਂ, ਪਰ ਇਹਦੇ ਵਿੱਚ ਕੁਛ ਨਹੀਂ ਦਿੱਤਾ। ਔਰ ਇੱਕ ਚੀਜ਼ ਹੈ, ਇੱਕ ਵੂਮਨ ਹੋਸਟਲ ਲਈ, ਵਰਕਿੰਗ ਵੂਮਨ ਹੋਸਟਲ ਲਈ ਜਿਹੜੀ ਸਾਨੂੰ ਕਾਫੀ ਜ਼ਰੂਰਤ ਸੀ, ਉਹ ਦਿੱਤੀ ਹੈ। ਉਹ 'ਚ ਵੀ ਸਿਰਫ 50 ਕਰੋੜ ਰੁਪਏ ਦਿੱਤਾ। ਮੇਰਾ ਖਿਆਲ ਹੈ ਵੀ ਇਹ ਸਫੀਸ਼ੀਐਂਟ ਨਹੀਂ। ਬਜਟ ਤੁਸੀਂ ਐਵਰੇਜ ਕਿਸਾਨਾਂ ਲਈ, ਕਿਸਾਨਾਂ ਦਾ ਬਜਟ ਕਹਿ ਸਕਦੇ ਹੋ, ਇਲੈਕਸ਼ਨ ਬਜਟ ਕਹਿ ਸਕਦੇ ਹੋ, ਇੰਡਸਟਰੀ ਲਈ ਕੁਛ ਨਹੀਂ ਹੈ। ਥਾਪਰ ਸਾਹਿਬ, ਲੱਗਦਾ ਹੈ ਕਿ ਸਰਕਾਰ ਨੇ ਫੋਕਸ ਸਿਰਫ 2022 ਤੇ ਰੱਖਿਆ, ਕਿਉਂਕਿ ਜ਼ਿਆਦਾਤਰ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਬਿਲਕੁਲ ਬਜਟ ਹੈ ਹੀ ਇਲੈਕਸ਼ਨ ਬਜਟ ਹੈ, ਔਰ ਟੋਟਲ ਪਬਲਿਕ ਨੂੰ ਵੋਟ ਕੈਚਿੰਗ ਕਰਨ ਵਾਸਤੇ ਇਹ ਸਭ ਕੁਝ ਕੀਤਾ ਗਿਆ। ਐਬਸੋਲੂਟਲੀ 2022 ਤੱਕ ਦਾ ਹੀ ਇਹ ਬਜਟ ਹੈ। ਥਾਪਰ ਸਾਹਿਬ, ਜੇਕਰ ਇੰਡਸਟਰੀ ਦੀ ਗੱਲ ਕੀਤੀ ਜਾਵੇ, ਖਾਸ ਕਰਕੇ ਹੋਜਰੀ ਲੁਧਿਆਣਾ ਦੀ, ਕਿਹੋ ਜਿਹੇ ਹਾਲਾਤਾਂ 'ਚ ਲੰਘ ਰਹੀ ਹੈ? ਕਾਫੀ ਮੁਸ਼ਕਿਲ ਹੈ। ਜਦ ਦਾ ਨੋਟਬੰਦੀ ਹੋਈ ਅਸੀਂ ਕੰਫਰਟੇਬਲ ਹੋਏ ਹੀ ਨਹੀਂ। ਕੋਵਿਡ ਨੇ ਹੋਰ ਸੱਤਿਆਨਾਸ਼ ਕਰਤਾ, ਔਰ ਜਦ ਕਿ ਲਿਫਟ ਹੋ ਗਈ ਸੀ, ਫੈਕਟਰੀਆਂ ਖੋਲ੍ਹਤੀਆਂ ਸੀਗੀਆਂ, ਸਾਡੀ ਜਿਹੜੀ ਇੰਡਸਟਰੀ ਹੈ ਉਹ ਨੋਨ ਡੈਜਿਗਨੇਟਡ ਏਰੀਏ 'ਚ ਸੀਗੀ, ਅਤੇ ਉਹ ਸਾਡਾ ਉਹਦੇ ਬਾਅਦ ਵੀ 1.5-2 ਮਹੀਨੇ ਬਾਅਦ ਖੁੱਲ੍ਹੀ। ਨਹੀਂ ਸਾਡਾ ਤਾਂ ਸੀਜ਼ਨ ਵੈਸੇ ਹੀ
40% ਘੱਟ ਲੱਗਿਆ ਤੇ ਹਾਲਾਤ ਬਹੁਤੇ ਠੀਕ ਨਹੀਂ ਹੈ। ज़्यादा ਨੈਗੇਟਿਵ ਵੀ ਬੋਲਣਾ ਅੱਛਾ ਨਹੀਂ। ਸਰਕਾਰ ਨੂੰ ਚਾਹੀਦਾ ਕੋਈ GST 'ਚ ਜ਼ਰੂਰ ਲੀਫ ਦੇਣੀ ਚਾਹੀਦੀ ਸੀਗੀ, ਲੇਕਿਨ ਉਹਦੇ ਵਿੱਚ ਕੋਈ ਲੀਫ ਨਹੀਂ ਮਿਲੀ।